पगड़ी संभाल जट्टा ਦੇ ਬਾਅਦ ਇੱਕ ਵੱਡਾ ਅੰਦੋਲਨ ਜਿਹੜਾ ਆ ਇਹ ਲੜਿਆ ਗਿਆ ਦਿੱਲੀ ਦੀਆਂ ਬਰੂਹਾਂ ਉੱਤੇ ਖਾਸ ਕਰਕੇ ਪੰਜਾਬੀਆਂ ਦੇ ਸਿੱਖਾਂ ਦੀ ਇੱਕ ਵੱਡੀ ਦੇਣ ਰਹੀ ਇਸ ਅੰਦੋਲਨ ਨੂੰ ਜੀ। ਬਿਨਾਂ ਕਿਸੇ ਪੋਲੀਟੀਕਲ ਸਟਰਕਚਰ ਤੋਂ ਬਿਨਾਂ ਕਿਸੇ ਨੋਨ ਪੋਲੀਟੀਕਲ ਫੇਸਿਸ ਤੋਂ ਬਿਨਾਂ ਵੀ ਲੜੀ ਜਾ ਸਕਦੀ ਹੈ। ਇਹ ਮਹਾਰਾਜ ਦਾ ਬਹੁਤ ਵੱਡਾ ਸਬਕ ਹੈ ਆਪਣੇ ਲਈ। ਇਹ ਕਾਨੂੰਨ ਜਿਹੜੇ ਦਿੱਲੀ ਦਰਬਾਰ ਨੇ ਬਣਾਏ ਰੱਦ ਕੀਤੇ, ਪਰ ਪੰਜਾਬ ਦੀ ਵਿਧਾਨ ਸਭਾ ਦੇ ਜਿਹੜੇ ਪਾਸ ਕੀਤੇ ਕਾਨੂੰਨਾਂ ਦਾ ਹਸ਼ਰ ਕਿਆ ਹੋਇਆ, ਉਹ ਗਵਰਨਰ ਨੇ ਅੱਜ ਤੱਕ ਪੜ੍ਹੇ ਵੀ ਨਹੀਂ ਹੈ। ਸੋ ਮਸਲਾ ਇਹ ਆ ਕਿ ਪੰਜਾਬ ਦੀਆਂ ਜਿਹੜੀਆਂ ਵਿਧਾਨਕ ਸੰਸਥਾਵਾਂ ਆ ਉਹਨਾਂ ਦੇ ਵਿੱਚ ਤਾਕਤ ਹੀ ਨਹੀਂ ਰਹੀ ਹੈ। ਤਾਕਤ ਸਾਰੀ ਦਿੱਲੀ ਦਰਬਾਰ ਦੇ ਕੋਲ ਸੈਂਟਰਲਾਈਜ਼ ਹੋ ਗਈ ਹੋਈ ਹੈ। ਇਹ ਲੱਗਦਾ ਨਹੀਂ ਕਿ ਐਮਐਸਪੀ ਲਈ ਐਡਾ ਵੱਡਾ ਸੰਘਰਸ਼ ਅਗਰ ਪਹਿਲੇ ਹੋ ਜਾਂਦਾ ਤਾਂ ਕਾਫੀ ਹੱਦ ਤੱਕ ਕਿਸਾਨੀ ਜਿਹੜੀ ਆ ਵਧੀਆ ਹਾਲਤ 'ਚ ਹੋਣੀ ਸੀ। ਨਹੀਂ, ਐਮਐਸਪੀ ਲਈ ਤਾਂ ਸਟਰਗਲ 1972 ਤੋਂ ਹੀ ਹੋ ਰਹੀ, ਬਟ ਮਸਲਾ ਇਕੱਲਾ ਐਮਐਸਪੀ ਦਾ ਨਹੀਂ ਹੈ। ਪੂਰਾ ਖੇਤੀਬਾੜੀ ਮਾਡਲ ਕਿਸ ਤਰੀਕੇ ਦਾ ਹੋਏ। ਜਿੰਦਾਬਾਦ ਚੈਨਲ ਦੇਖ ਰਹੇ ਹੋ ਤੁਸੀਂ। ਮੈਂ ਅਮਨਦੀਪ ਸਿੰਘ ਗੜੀ। ਦਿੱਲੀ ਦੀਆਂ ਬਰੂਹਾਂ ਤੇ ਸੰਘਰਸ਼ ਚੱਲਦਾ ਸੀ, ਜਿੱਤ ਵੀ ਲਿਆ ਗਿਆ ਸੰਘਰਸ਼ ਤੇ ਕਾਫੀ ਸਾਰੀਆਂ ਜਥੇਬੰਦੀਆਂ ਦਾ ਵੱਡਾ ਯੋਗਦਾਨ ਰਿਹਾ। ਪੂਰੇ ਭਾਰਤ ਨੇ ਰਲ ਮਿਲ ਕੇ ਇਹ ਜਿਹੜਾ ਸੰਘਰਸ਼ ਲੜਿਆ, ਪਰ ਨਾਲ ਕਾਫੀ ਸਾਰੇ ਇਸ ਤਰ੍ਹਾਂ ਦੇ ਚਿਹਰੇ ਜਿਹੜੇ ਕਿ ਸਿੱਧੇ ਤੌਰ ਤੇ ਸਾਹਮਣੇ ਨਹੀਂ ਸੀ, ਜਥੇਬੰਦੀਆਂ ਨਾਲ ਨਹੀਂ ਸੀ, ਪਰ ਵੱਡਾ ਉਹਨਾਂ ਦਾ ਵੀ ਯੋਗਦਾਨ ਰਿਹਾ। ਸੋ ਸਾਡੇ ਨਾਲ ਅੱਜ ਭਾਈ ਮਨਤੀਰ ਸਿੰਘ ਜੀ ਜੁੜੇ ਹੋਏ ਨੇ, ਪੰਥ ਸੇਵਕ ਜਥਾ ਦੁਆਬਾ ਦੇ ਜਿਹੜੇ ਜਥਾ ਇੱਕ ਹੈਗਾ ਇਹਨਾਂ ਦਾ। ਤੇ ਦੱਸ ਦੇਣਾ ਚਾਹੁੰਦੇ ਆ ਕਿ ਜਦੋਂ ਦਾ ਸੰਘਰਸ਼ ਚੱਲਦਾ ਲਗਾਤਾਰ ਜਿਹੜਾ ਆ ਲੋਕਾਂ ਨੂੰ ਜਾਗਰੂਕ ਕਰਦੇ ਆ ਰਹੇ ਨੇ ਖੇਤੀ ਕਾਨੂੰਨਾਂ ਨੂੰ ਵੀ ਲੈ ਕੇ, ਤੇ ਸੰਘਰਸ਼ ਦੇ ਮੋਢੇ ਦੇ ਨਾਲ ਮੋਢਾ ਨਾਲ ਜੋੜ ਕੇ ਜਿਹੜਾ ਆ ਨਾਲ ਚੱਲਿਆ। ਸੋ ਸਵਾਗਤ ਕਰਾਂਗੇ, ਨਾਲੇ ਗੱਲਬਾਤ ਕਰਦੇ ਆ। ਸਵਾਗਤ ਹੈ ਭਾਈ ਸਾਡੇ ਚੈਨਲ ਉੱਤੇ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਜੀ ਸੰਘਰਸ਼ ਜਿੱਤਿਆ ਗਿਆ, ਲੰਬਾ ਸਮਾਂ ਸੰਘਰਸ਼ ਚੱਲਿਆ, 1 ਸਾਲ ਹੈ। ਪਗੜੀ ਸੰਭਾਲ ਜੱਟਾ ਦੇ ਬਾਅਦ ਇੱਕ ਵੱਡਾ ਅੰਦੋਲਨ ਜਿਹੜਾ ਆ ਇਹ ਲੜਿਆ ਗਿਆ ਦਿੱਲੀ ਦੀਆਂ ਬਰੂਹਾਂ ਉੱਤੇ, ਖਾਸ ਕਰਕੇ ਪੰਜਾਬੀਆਂ ਦੇ ਸਿੱਖਾਂ ਦੀ ਇੱਕ ਵੱਡੀ ਦੇਣ ਰਹੀ ਇਸ ਅੰਦੋਲਨ ਨੂੰ ਜੀ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ, ਤੁਹਾਡਾ ਕਿਸ ਤਰ੍ਹਾਂ ਦਾ ਅਨੁਭਵ ਰਿਹਾ ਇਸ ਅੰਦੋਲਨ ਤੋਂ ਜੀ? ਦੇਖੋ, ਇਹ ਸੰਘਰਸ਼ ਦਾ ਇੱਕ ਪੜਾਅ ਜਿੱਤਿਆ ਗਿਆ, ਜਿਹੜਾ ਇਹ ਦਿੱਲੀ ਦਰਬਾਰ ਨੇ ਖੇਤੀ ਵਾਲੇ ਮਸਲੇ 3 ਕਾਨੂੰਨ ਬਣਾ ਕੇ ਇੱਕ ਰਿਵਰਸ ਗੇਅਰ ਪਾਇਆ ਸੀਗਾ, ਉਹ ਨਿਊਟਰਲ ਕਰ ਲਿਆ ਦੁਬਾਰਾ। ਤੋ ਜਿਹੜੇ ਖੇਤੀ ਦੇ ਅਸਲ ਮੁੱਦੇ ਹੈਗੇ ਆ ਕਿ ਖੇਤੀ ਮਾਡਲ ਪੰਜਾਬ ਪੱਖੀ ਬਣੇ, ਖੇਤੀ ਮਾਡਲ ਕੁਦਰਤ ਦੇ ਅਨੁਸਾਰ ਹੋਏ, ਕਿ ਖੇਤੀ ਮਾਡਲ ਕਿਸਾਨ ਜਾਂ ਕਿਰਤੀ ਮਜ਼ਦੂਰ ਦੇ ਪੱਖੀ ਹੋਏ, ਉਸ ਤਰ੍ਹਾਂ ਦਾ ਖੇਤੀ ਮਾਡਲ ਸਿਰਜਣ ਦਾ ਜਿਹੜਾ ਸਟਰਗਲ ਹੈ ਉਹ ਅਜੇ ਬਕਾਇਆ। ਇੱਕ ਪੜਾਅ ਜਿੱਤਿਆ ਗਿਆ, ਬਹੁਤ ਸ਼ਾਨਾਮੱਤੇ ਤਰੀਕੇ ਦੇ ਨਾਲ ਜਿੱਤਿਆ ਗਿਆ। ਬੜੀ ਇਤਿਹਾਸਕ ਜਿੱਤ ਹੋਈ ਆ, ਨੈਤਿਕ ਤੌਰ 'ਤੇ ਜਿੱਤ ਹੋਈ ਆ। ਦਿੱਲੀ ਦਰਬਾਰ ਦੀ ਬੜੇ ਲੰਬੇ ਸਮੇਂ ਬਾਅਦ ਇੱਕ ਵੱਡੀ ਹਾਰ ਹੋਈ ਹੈ, ਬਟ ਇਹਦੇ ਅਗਲੇ ਜਿਹੜੇ ਪੜਾਅ ਹੈਗੇ ਆ ਉਹ ਅਜੇ ਬਕਾਇਆ ਹੈਗੇ। ਤੇ ਜਿੰਨਾ ਲੰਬਾ ਅੰਦੋਲਨ ਚੱਲਿਆ, ਲੱਗਦਾ ਨਹੀਂ ਕਿ ਇੱਕ ਵੱਡਾ ਜਿਹੜਾ ਬਦਲਾਅ, ਸਿਆਸੀ ਬਦਲਾਅ ਵੀ ਆਉਣਾ ਚਾਹੀਦਾ ਸੀ? ਲੋਕ ਜਿਹੜੇ ਆ ਦੇਖ ਰਹੇ ਆ 32 ਜਥੇਬੰਦੀਆਂ ਵੱਲ ਨੂੰ, ਕਿਉਂਕਿ ਦੁਬਾਰਾ ਲੋਕ ਫਿਰ ਪੰਜਾਬ 'ਚ ਜਾਊਗੇ ਜਾਂ ਹੋਰ ਸਟੇਟਾਂ ਵਿੱਚ ਜਾਊਗੇ। ਜੇ ਕਹਿ ਦਈਏ ਆਪਾਂ ਜਿਹੜੀ ਇਹ ਪ੍ਰਾਪਤੀ ਹੈਗੀ ਆ, ਇਹ ਇੱਕ ਆਰਟੀਫਿਸ਼ੀਅਲ ਪ੍ਰਾਪਤੀ ਦੀ ਤਰ੍ਹਾਂ ਹੈ ਕਿ ਦੁਬਾਰਾ ਫਿਰ ਉਹੀ, ਅਗਰ ਸੱਤਾ ਵਿੱਚ ਉਹੀ ਪਾਰਟੀਆਂ ਨੇ, ਉਹੀ ਹਕੂਮਤ ਸੱਤਾ ਦੇ ਵਿੱਚ ਆ, ਉਹ ਦੁਬਾਰਾ ਵੀ ਇਸ ਤਰ੍ਹਾਂ ਦੇ ਕਾਨੂੰਨ ਬਣਾ ਸਕਦੀਆਂ ਜੀ। ਦੇਖੋ, ਇਹ ਜਿਹੜੀ ਪੋਲੀਟੀਕਲ ਸਮਝ ਹੈ ਉਹਦੇ ਸੰਬੰਧੀ ਮੇਰੇ ਤਾਂ ਇਹ ਵਿਚਾਰ ਹੈਗਾ ਕਿ ਪੰਜਾਬ ਦੀਆਂ ਜਿਹੜੀਆਂ ਵੋਟ ਪੋਲੀਟਿਕਸ ਦੀਆਂ ਸੰਸਥਾਵਾਂ, ਉਹ ਪੰਜਾਬ ਅਸੈਂਬਲੀ ਆ ਜਾਂ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ, ਉਹਨਾਂ ਰਾਹੀਂ ਪੰਜਾਬ ਦੇ ਸਾਂਝੇ ਮਸਲੇ ਨਹੀਂ ਹੱਲ ਕੀਤੇ ਜਾ ਸਕਦੇ। ਪੰਜਾਬ ਦੇ ਸਾਂਝੇ ਮਸਲੇ ਸੰਘਰਸ਼ ਦੇ ਰਾਹੀਂ ਹੱਲ ਕੀਤੇ ਜਾ ਸਕਦੇ। ਇਹ ਮਸਲਾ ਵੀ ਸੰਘਰਸ਼ ਨਾਲ ਹੀ ਹੱਲ ਹੋਇਆ। ਖੇਤੀਬਾੜੀ ਕਾਨੂੰਨਾਂ ਦੇ ਮਸਲੇ 'ਚ ਆਪਾਂ ਦੇਖੀਏ, ਪੰਜਾਬ ਦੀ ਵਿਧਾਨ ਸਭਾ ਨੇ 2 ਵਾਰ ਇਹ ਕਾਨੂੰਨ ਜਿਹੜੇ ਦਿੱਲੀ ਦਰਬਾਰ ਨੇ ਬਣਾਏ ਰੱਦ ਕੀਤੇ, ਪਰ ਪੰਜਾਬ ਦੀ ਵਿਧਾਨ ਸਭਾ ਦੇ ਜਿਹੜੇ ਪਾਸ ਕੀਤੇ ਕਾਨੂੰਨਾਂ ਦਾ ਹਸ਼ਰ ਕਿਆ ਹੋਇਆ, ਉਹ ਗਵਰਨਰ ਨੇ ਅੱਜ ਤੱਕ ਪੜ੍ਹੇ ਵੀ ਨਹੀਂ ਹੈ। ਸੋ ਮਸਲਾ ਇਹ ਆ ਕਿ ਪੰਜਾਬ ਦੀਆਂ ਜਿਹੜੀਆਂ ਵਿਧਾਨਕ ਸੰਸਥਾਵਾਂ ਆ ਉਹਨਾਂ ਦੇ ਵਿੱਚ ਤਾਕਤ ਹੀ ਨਹੀਂ ਰਹੀ ਹੈ। ਤਾਕਤ ਸਾਰੀ ਦਿੱਲੀ ਦਰਬਾਰ ਦੇ ਕੋਲ ਸੈਂਟਰਲਾਈਜ਼ ਹੋ ਗਈ ਹੋਈ ਹੈ। ਈਵਨ ਸੈਂਟਰ ਦੇ ਵਿੱਚੋਂ ਵੀ ਜਿਹੜਾ ਪ੍ਰਾਈਮ ਮਿਨਿਸਟਰ ਦਾ ਆਫਿਸ ਹੈ ਉਹਦੇ ਵਿੱਚ ਪਰਸਨਲਾਈਜ਼ ਹੋ ਗਈ ਹੈ। ਸੋ ਪੰਜਾਬ ਦੀ ਜਿਹੜੀ ਪੋਲੀਟਿਕਸ ਹੈ ਉਹ ਸਟਰਗਲ ਦੀ ਪੋਲੀਟਿਕਸ ਹੋਏਗੀ, ਤਦੇ ਪੰਜਾਬ ਦੇ ਜਿਹੜੇ ਸਾਂਝੇ ਮਸਲੇ ਉਹ ਹੱਲ ਹੋ ਸਕਦੇ ਆ। ਜਿਸ ਤਰ੍ਹਾਂ ਜੇ ਆਪਾਂ 84 ਦੇ ਘੱਲੂਘਾਰੇ ਦੀ ਗੱਲ ਕਰ ਲਈ, ਉਹਦੇ ਬਾਅਦ ਵਿੱਚ ਕਿਹਾ ਜਾਂਦਾ ਸੀਗਾ ਕਿ ਪੰਜਾਬ ਦੇ ਵਿੱਚ ਜਵਾਨੀ ਜਿਹੜੀ ਕਾਫੀ ਹੱਦ ਤੱਕ ਖਤਮ ਹੋ ਗਈ, ਨਸ਼ਿਆਂ 'ਚ ਲੱਗ ਗਈ ਜਾਂ ਬਾਹਰ ਨੂੰ ਜਾ ਰਹੀ ਸੀ। ਇੱਕ ਵੱਡਾ ਅੰਦੋਲਨ ਉੱਠ ਕੇ ਆਇਆ। ਤੁਹਾਨੂੰ ਦੋਹਾਂ ਵਿੱਚ ਕੀ ਡਿਫਰੈਂਸਸ ਲੱਗਦੇ? ਕਿਉਂਕਿ ਇੱਕ ਚੰਗੀ ਤੁਸੀਂ ਸਮਝ ਰੱਖਦੇ ਹੋ ਉਸ ਬਾਰੇ, ਤੁਸੀਂ ਉਹ ਸਰਗਰਮ ਵੀ ਰਹਿੰਦੇ ਹੋ। ਜੇ ਆਪਾਂ 84 ਦੇ ਘੱਲੂਘਾਰੇ ਦੀ ਗੱਲ ਕਰ ਲਈਏ ਤੇ ਹੁਣ ਦੇ ਅੰਦੋਲਨ ਦੀ ਗੱਲ ਕਰ ਲਈਏ, ਕੀ ਡਿਫਰੈਂਸਸ ਲੱਗਦੇ, ਕੀ ਪ੍ਰਾਪਤੀਆਂ ਲੱਗਦੀਆਂ ਦੋਹਾਂ 'ਚ? ਦੇਖੋ, ਜਿਹੜੀ ਸਮਾਨਤਾ ਆ ਉਹ ਇਹ ਆ ਕਿ ਜਿਹੜਾ 84 ਤੋਂ ਬਾਅਦ ਵਾਲਾ ਸਟਰਗਲ ਸੀਗੀ, ਖਾੜਕੂ ਮੂਵਮੈਂਟ ਸੀਗੀ, ਉਹ ਵੀ ਖਾਲਸਾਈ ਸਪਿਰਿਟ 'ਚੋਂ ਲੜੀ ਗਈ ਸੀਗੀ। ਇਹ ਸਟਰਗਲ ਦੀ ਵੀ ਜਿਹੜੀ
ਮੁੱਖ ਧਾਰਾ ਆ ਉਹ ਸਿੱਖ ਸਪਿਰਿਟ ਦੇ ਵਿੱਚੋਂ, ਖਾਲਸਾ ਸਪਿਰਿਟ ਦੇ ਵਿੱਚੋਂ ਇਹ ਲੜਿਆ ਗਿਆ। ਇਹ ਇੱਕ ਬੁਨਿਆਦੀ ਸਮਾਨਤਾ ਆ। ਬਾਕੀ ਜਿਹੜੀ ਗੱਲ ਨੌਜਵਾਨਾਂ ਦੇ ਉੱਤੇ ਵੱਖਰੇ ਵੱਖਰੇ ਤਰੀਕੇ ਦੇ ਹਮਲਾਵਰ ਹੋਣ ਦੀ ਆ, ਚਾਹੇ ਉਹ ਨਸ਼ਿਆਂ ਰਾਹੀਂ ਆ, ਚਾਹੇ ਝੂਠੇ ਮੁਕਾਬਲਿਆਂ ਰਾਹੀਂ ਸੀਗਾ, ਉਹ ਇੱਕ ਸੱਚ ਹੈ। ਪਰ ਪੰਜਾਬ ਦੇ ਵਿੱਚ ਜੇ ਗੁਰੂ ਨਾਲ ਖੜਾ ਹੋਏ, ਗੁਰੂ ਪਾਤਸ਼ਾਹ ਦੀ ਮਿਹਰ ਨਾਲ ਹੋਏ, ਸੰਗਤਾਂ ਦੀਆਂ ਅਰਦਾਸਾਂ ਨਾਲ ਹੋਣ, ਤਾਂ ਇਹ ਲੜਾਈ ਜਿਸ ਤਰੀਕੇ ਦੇ ਨਾਲ ਫੇਸਲੈਸ ਲੀਡਰਸ਼ਿਪ ਰਾਹੀਂ ਲੜੀ ਗਈ ਹੈ, ਸੰਗਤਾਂ ਦੇ ਸਹਿਯੋਗ ਦੇ ਨਾਲ, ਘੱਟ ਤੋਂ ਘੱਟ ਸਾਧਨਾਂ ਦੇ ਨਾਲ, ਬਿਨਾਂ ਕਿਸੇ ਪੋਲੀਟੀਕਲ ਸਟਰਕਚਰ ਤੋਂ, ਬਿਨਾਂ ਕਿਸੇ ਨੋਨ ਪੋਲੀਟੀਕਲ ਫੇਸਿਸ ਤੋਂ ਬਿਨਾਂ ਵੀ ਲੜੀ ਜਾ ਸਕਦੀ ਹੈ। ਇਹ ਮਹਾਰਾਜ ਦਾ ਬਹੁਤ ਵੱਡਾ ਸਬਕ ਹੈ ਆਪਣੇ ਲਈ ਬਹੁਤ ਇੱਕ ਦਿਲ ਨੂੰ ਧਰਾਸ ਦੇਣ ਵਾਲੀ ਗੱਲ ਹੈ ਕਿ ਜਿਹੜੀਆਂ ਅਗਲੀਆਂ ਸਟਰਗਲ ਹੈਗੀਆਂ ਉਹ ਹੰਨੇ ਮੀਰੀ ਦਾ ਜਿਹੜਾ ਆਪਣਾ ਕਨਸੈਪਟ ਹੈਗਾ ਉਹਦੇ ਰਾਹੀਂ ਲੜੀਆਂ ਜਾ ਸਕਦੀਆਂ, ਜੇ ਗੁਰੂ ਦੀ ਮਿਹਰ ਹੋਏ ਤੇ ਸੰਗਤਾਂ ਦੀ ਅਰਦਾਸ ਹੋਏ ਨਾਲ। ਇੱਕ ਗੱਲ ਭਾਜੀ ਹੋਰ ਵੀ ਦੇਖਣ ਵਾਲੀ ਹੈ ਕਿ ਜੇ ਗੱਲ ਕਰ ਲਈ MSP ਦੀ, 1978 ਤੋਂ ਲੜਾਈ ਲੜਦਾ ਆ ਰਿਹਾ ਪੰਜਾਬ MSP ਦੇ ਲਈ, ਹੈ ਨਾ ਜੀ। ਤੇ ਹੁਣ ਜਿਹੜੀ ਆਖਰ ਉੱਤੇ ਕਾਨੂੰਨ ਜਿਹੜੇ ਆਏ ਨਹੀਂ ਆਏ ਉਹ ਇੱਕ ਬਰਾਬਰ ਹੈ, ਕਿਉਂਕਿ ਉਹ ਤਾਂ ਇੰਪਲੀਮੈਂਟ ਹੋਏ ਨਹੀਂ ਤੇ ਨਾ ਕਿਸਾਨਾਂ ਨੂੰ ਨੁਕਸਾਨ ਨਾ ਫਾਇਦਾ, ਹੈ ਨਾ ਜੀ। ਜੋ ਵੀ ਹੋਇਆ ਉਹਦੇ ਕਰਕੇ ਉਹ ਕਾਨੂੰਨ ਵਾਪਸ ਲੈ ਲਏ ਗਏ। ਪਰ ਜਿਹੜੀ MSP ਦੀ ਆਪਾਂ ਗੱਲ ਕਰ ਲਈਏ, ਇਹ ਲੱਗਦਾ ਨਹੀਂ ਕਿ MSP ਲਈ ਐਡਾ ਵੱਡਾ ਸੰਘਰਸ਼ ਅਗਰ ਪਹਿਲੇ ਹੋ ਜਾਂਦਾ ਤਾਂ ਕਾਫੀ ਹੱਦ ਤੱਕ ਕਿਸਾਨੀ ਜਿਹੜੀ ਆ ਵਧੀਆ ਹਾਲਤ 'ਚ ਹੋਣੀ ਸੀ। ਨਹੀਂ, MSP ਲਈ ਤਾਂ ਸਟਰਗਲ 1972 ਤੋਂ ਹੀ ਹੋ ਰਹੀ, ਬਟ ਮਸਲਾ ਇਕੱਲਾ MSP ਦਾ ਨਹੀਂ ਹੈ। ਪੂਰਾ ਖੇਤੀਬਾੜੀ ਮਾਡਲ ਕਿਸ ਤਰੀਕੇ ਦਾ ਹੋਏ। ਮੰਨ ਲਓ ਹੁਣ ਜੋ ਪੰਜਾਬ ਦੇ ਵਿੱਚ ਖੇਤੀਬਾੜੀ ਮਾਡਲ ਚੱਲ ਰਿਹਾ, ਉਸ ਮਾਡਲ ਦੇ ਚੱਲਦੇ ਹੋਏ ਖੇਤੀ ਲਾਹੇਵੰਦ ਨਹੀਂ ਹੈ, ਜਿਸ ਕਰਕੇ ਬਹੁਤ ਸਾਰੇ ਲੋਕ ਕਿਸਾਨੀ ਛੱਡ ਕੇ ਬਾਹਰ ਮੁਲਕਾਂ ਜਾ ਰਹੇ। ਖੇਤੀਬਾੜੀ ਮਾਡਲ ਇਹ ਅਪਣਾਉਣ ਕਰਕੇ ਪੰਜਾਬ ਨੇ ਆਪਣੀ ਸਾਰੀ ਮਿੱਟੀ ਤੇ ਪਾਣੀ ਦੇ ਸਰੋਤ ਮੁਕਾ ਲਏ। ਜੇ ਇਸ ਤਰੀਕੇ ਦੇ ਨਾਲ ਜੋ ਹੁਣ ਝੋਨੇ ਦੇ ਵਿੱਚ ਜਿੰਨੀ ਫਸਲ ਹੁੰਦੀ ਆ, 75-76 ਲੱਖ ਏਕੜ ਦੇ ਵਿੱਚ ਝੋਨੇ ਦੀ ਫਸਲ ਹੁੰਦੀ ਹੈ, ਸਰਕਾਰ ਉੱਤੇ 5-7 ਸਾਲ ਹੋਰ MSP ਦੇ ਦੂਗੀ ਤਾਂ ਪੰਜਾਬ ਦੇ ਵਿੱਚੋਂ ਪਾਣੀ ਜ਼ਮੀਨ ਤੋਂ ਖਤਮ ਹੋ ਜਾਣਾ, ਫਿਰ ਪੰਜਾਬ ਦੇ ਵਿੱਚ ਦੂਜੀਆਂ ਫਸਲਾਂ ਦਾ ਵੀ ਸੰਕਟ ਆ ਜਾਣਾ। ਸੋ ਮਸਲਾ ਇਕੱਲਾ MSP ਦਾ ਨਹੀਂ ਹੈ, ਪੂਰਾ ਐਗਰੀਕਲਚਰ ਮਾਡਲ ਜਿਹੜਾ ਕੁਦਰਤੀ ਹਾਲਾਤਾਂ ਦੇ ਅਨੁਸਾਰ ਹੋਵੇ, ਕੁਦਰਤੀ ਸਰੋਤਾਂ ਨੂੰ ਬਚਾਉਣ ਵਾਲਾ ਹੋਵੇ, ਕਿਸਾਨਾਂ ਅਤੇ ਕਿਰਤੀਆਂ ਦੇ ਪੱਖ ਦਾ ਹੋਵੇ, ਉਹ ਪੂਰਾ ਮਾਡਲ ਜਿਹੜਾ ਹੈਗਾ ਉਹਦੀ ਤਜਵੀਜ਼ ਆਉਣੀ ਚਾਹੀਦੀ, ਉਹ ਵਿਚਾਰਿਆ ਜਾਣਾ ਚਾਹੀਦਾ। MSP ਸਿਰਫ ਕੱਲੀ MSP ਲੈ ਆਉਣੀ ਵੀ ਇਹਦਾ ਹੱਲ ਨਹੀਂ ਹੈ। ਜਿਸ ਤਰ੍ਹਾਂ ਮੈਂ ਅਕਸਰ ਤੁਹਾਨੂੰ ਦੇਖਦਾ ਰਹਿਣਾ, ਖੇਤੀਬਾੜੀ ਅਤੇ ਵਾਤਾਵਰਨ ਜਿਹੜਾ এনवायरमेंट ਤੁਸੀਂ ਸੈਂਟਰ ਇੱਕ ਜਾਗਰੂਕਤਾ ਚਲਾ ਰਹੇ ਹੋ ਨਾ, ਸੈਂਟਰ ਚਲਾ ਰਹੇ ਹੋ, ਤੇ ਤੁਸੀਂ ਵੀ ਕੋਈ ਇਸ ਤਰ੍ਹਾਂ ਦਾ ਖੇਤੀਬਾੜੀ ਮਾਡਲ ਕੋਈ ਤਿਆਰ ਕੀਤਾ, ਪਲਾਨ ਕੀਤਾ ਤੁਹਾਡੇ ਜਥੇ ਵੱਲੋਂ ਜੀ? ਦੇਖੋ, ਉਹਦੇ ਵਿੱਚ ਬੁਨਿਆਦੀ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਪਹਿਲਾਂ 3 ਕਹੀਆਂ ਉਹੀ ਨੇ। ਉਹਦੇ ਤਹਿਤ MSP ਤਾਂ ਪੰਜਾਬ ਨੂੰ ਕਣਕ ਝੋਨੇ 'ਤੇ ਤਾਂ ਹੁਣ ਵੀ ਮਿਲ ਰਹੀ, ਬਟ MSP ਤੋਂ ਪਹਿਲਾਂ ਜਿਹੜਾ ਡਾਈਵਰਸੀਫਿਕੇਸ਼ਨ ਦਾ ਪਲਾਨ ਹੈਗਾ, ਜਿਹੜਾ ਯੂਨੀਵਰਸਿਟੀ ਨੇ ਆਪ ਹੀ ਬਣਾਇਆ ਹੋਇਆ, ਉਹ ਇਟਸੈਲਫ ਵਧੀਆ ਪਲਾਨ ਹੈਗਾ। ਤਾਂ ਉਹਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਸਾਰੇ ਉਦਮੀ ਕਿਸਾਨਾਂ ਨੇ ਵੀ, ਪੰਜਾਬ ਦੇ ਮਾਹਰਾਂ ਨੇ ਵੀ, ਖੇਤੀਬਾੜੀ ਯੂਨੀਵਰਸਿਟੀ ਦਾ ਵੀ ਬਹੁਤ ਸਾਰਾ ਕੰਮ ਹੋਇਆ। ਜੇ ਤੁਸੀਂ ਉਹਨੂੰ ਸਾਰੇ ਨੂੰ ਇਕੱਠਾ ਕਰ ਲਓ ਤਾਂ ਉਹ এনवायरमेंट ਦੇ ਜਿਹੜੇ ਵਾਤਾਵਰਣ ਦੇ ਹੈਗੇ ਐਕਟਿਵਿਸਟ, ਉਹਨਾਂ ਨੇ ਵੀ ਕੰਮ ਕੀਤਾ ਹੋਇਆ। ਉਹਨੂੰ ਸਾਰੇ ਨੂੰ ਇਕੱਠਾ ਕਰਕੇ ਤੁਸੀਂ ਬਣਾ ਲਓ ਤੇ ਉਹ ਬਣ ਸਕਦਾ ਬਹੁਤ ਵਧੀਆ ਪੰਜਾਬ ਮਾਡਲ, ਕੋਈ ਦੋ ਰਾਏ ਨਹੀਂ। ਤੇ ਭਾਜੀ ਕੀ ਲੱਗਦਾ ਹੈ, ਲੰਬੇ ਸੰਘਰਸ਼ ਵੀ ਤੁਸੀਂ ਕੀਤੇ ਆ, ਕੀ ਲੱਗਦਾ ਕਿ ਹੁਣ ਜਿਹੜਾ ਇਸ ਟਾਈਮ ਸੰਘਰਸ਼ ਜਿੱਤਿਆ ਗਿਆ, ਕਿਸਾਨਾਂ ਨੂੰ ਜਿਹੜੇ ਇੱਥੇ ਬੈਠੇ ਹੋਏ ਆ ਉਹਨਾਂ ਨੂੰ ਬਾਰਡਰ ਤੋਂ ਵਾਪਸ ਚਲੇ ਜਾਣਾ ਚਾਹੀਦਾ, ਜਾਂ ਫਿਰ ਜਿਹੜਾ ਆ ਆਪਣੀ ਲੜਾਈ ਇਸੇ ਤਰ੍ਹਾਂ ਜਾਰੀ ਰੱਖਣੀ ਚਾਹੀਦੀ, ਜਾਂ ਫਿਰ ਹੋਰ ਕੋਈ ਪਲੇਟਫਾਰਮ ਜਿਹੜਾ ਆ ਅਪਣਾਉਣਾ ਚਾਹੀਦਾ ਜੀ? ਦੇਖੋ, ਇਹ ਇੱਕ ਪੜਾਅ ਦੀ ਜਿੱਤ ਹੋ ਗਈ ਆ, ਬਹੁਤ ਚੰਗੀ ਸ਼ੁਰੂਆਤ ਹੋ ਗਈ ਆ। ਮੋਦੀ ਜਿਹੜਾ ਸ਼ਾਹ ਦੀ ਜਿਹੜੀ ਗਵਰਨਮੈਂਟ ਸੀਗੀ ਉਹਨੂੰ ਰਿਵਰਸ ਗੇਅਰ ਪਾਉਣਾ ਪੈ ਗਿਆ ਹੋਇਆ। ਇਹਨੂੰ ਅੱਗੇ ਲੈ ਕੇ ਜਾਣ ਦੀ ਲੋੜ ਹੈ, ਪਰ ਸਟਰਗਲ ਇਸ ਰੂਪ ਦੇ ਵਿੱਚ ਅੱਗੇ ਨਹੀਂ ਜਾਣੀ ਜਿਸ ਰੂਪ ਦੇ ਵਿੱਚ ਆਪਾਂ ਦਿੱਲੀ ਦੀਆਂ ਬਰੂਹਾਂ 'ਤੇ 1 ਸਾਲ ਤੋਂ ਬੈਠੇ ਹਾਂ। ਇਸੇ ਹੀ ਪੈਂਤੜੇ ਦੇ ਨਾਲ ਇਹ ਅੱਗੇ ਲੈ ਕੇ ਜਾਣੀ ਮੁਸ਼ਕਿਲ ਹੈ। ਪੈਂਤੜਾ ਬਦਲਣ ਦੀ ਲੋੜ ਹੈ, ਪਰ ਨਾ ਹੀ ਪਿੱਛੇ ਮੁੜਿਆ ਜਾਣਾ ਵੀ ਆਪਸ਼ਨ ਨਹੀਂ ਹੈ, ਕਿਉਂਕਿ ਜਿਹੜੇ ਅਸਲ ਮੁੱਦੇ ਸੀਗੇ ਉਹਦਾ ਬਕਾਇਆ। ਤੋ ਇਸ ਜਿੱਤ ਨੂੰ ਅੱਗੇ ਵਧਾਉਣ ਦੇ ਲਈ ਨਵੇਂ ਪੈਂਤੜੇ ਦੀ ਲੋੜ ਹੈ, ਨਵੀਂ ਜਗ੍ਹਾ ਦੀ ਲੋੜ ਹੈ, ਨਵੇਂ ਸਮੇਂ ਦੀ ਲੋੜ ਹੈ। ਤਾਂ ਮੈਂ ਇਹ ਸਮਝਣਾ ਕਿ ਜੋ ਹੁਣ ਕਿਸਾਨੀ ਧਿਰਾਂ ਦੇ ਵਿੱਚ 2 ਗੱਲਾਂ ਵਿਚਾਰੀਆਂ ਜਾ ਰਹੀਆਂ, ਕਿ ਜਾਂ ਤਾਂ ਐਜ਼ ਇਟ ਇਜ਼ ਇੱਥੇ ਰਹੋ, ਉਹ ਵੀ ਪੋਸੀਬਲ ਨਹੀਂ ਹੈ, ਜਾਂ ਦੂਜੇ ਬਹੁਤ ਇਹ ਵਿਚਾਰਦੇ ਆ ਵੀ ਆਪਾਂ ਵਾਪਸ ਮੁੜ ਜਾਓ, ਉਹ ਵੀ ਗਲਤ ਗੱਲ ਹੈ। ਇਸ ਸਟਰਗਲ ਨੂੰ ਨਵੇਂ ਫੇਸ 'ਚ ਲੈ ਕੇ ਜਾਣ ਦੀ ਲੋੜ ਹੈ। ਨਵਾਂ ਫੇਸ ਕੁਛ ਵੀ ਹੋ ਸਕਦਾ, ਉਹ ਕਿਸਾਨ ਯੂਨੀਅਨਾਂ 'ਤੇ ਨਿਰਭਰ ਕਰਦਾ। ਮਤਲਬ ਜੇ ਮੈਨੂੰ ਕੋਈ ਪੁੱਛੇ, ਮੈਨੂੰ ਤਾਂ ਲੱਗਦਾ ਕਿ ਸੰਕੇਤਕ ਤੌਰ ਦੇ ਉੱਤੇ ਆਪਾਂ ਨੂੰ ਇੱਕ 500 ਦਾ 400 ਦਾ ਇੱਕ ਜਥਾ ਦਿੱਲੀ ਛੱਡ ਕੇ ਜਾਣਾ ਚਾਹੀਦਾ। ਸਰਕਾਰ ਨੂੰ ਟਾਈਮ ਬਾਊਂਡ ਟਾਈਮ ਦੇ ਕੇ ਜਾਣਾ ਚਾਹੀਦਾ, ਇੱਕ ਫਿਕਸ 6 ਮਹੀਨੇ 8 ਮਹੀਨੇ 10 ਮਹੀਨੇ ਵਾਟਐਵਰ। ਫਿਰ ਸਰਕਾਰ ਇੰਨੇ ਟਾਈਮ ਦੇ ਵਿੱਚ ਪੂਰਾ ਖੇਤੀਬਾੜੀ ਮਾਡਲ ਜਿਹੜਾ
ਹੈਗਾ ਉਹਦੀ ਤਜਵੀਜ਼ ਲੈ ਕੇ ਆਏ, ਕੱਲੀ MSP ਦੀ ਗਰੰਟੀ ਨਹੀਂ, ਉਹ ਲੈ ਕੇ ਆਏ, ਉਹਦੇ 'ਤੇ ਡਿਸਕਸ਼ਨ ਹੋਏ। ਜੇ ਉਹ ਕਿਸਾਨਾਂ ਦੀ ਸੈਟਿਸਫੈਕਸ਼ਨ ਮੁਤਾਬਕ ਨਹੀਂ ਹੈਗਾ ਤਾਂ ਸਟਰਗਲ ਜਿਹੜੀ ਉਹ ਰਿਜ਼ਿਊਮ ਕੀਤੀ ਜਾਊਗੀ, ਦੁਬਾਰਾ ਕੀਤੀ ਜਾਣੀ ਚਾਹੀਦੀ ਹੈ। ਸੋ ਤੀਜਾ ਬਦਲ ਜਿਹੜਾ ਉਹ ਸੋਚਣ ਦੀ ਲੋੜ ਹੈ ਨਵੇਂ ਪੈਂਤੜੇ ਅਨੁਸਾਰ। ਤੇ ਭਾਜੀ ਕੀ ਲੱਗਦਾ ਕਿ ਦੁਬਾਰਾ ਹੁਣ ਜਿਹੜਾ ਇਹ ਐਡਾ ਵੱਡਾ ਅੰਦੋਲਨ ਲੜਿਆ ਗਿਆ, ਆਉਣ ਵਾਲੇ ਸਮੇਂ ਵਿੱਚ ਕਿਉਂਕਿ ਮੁਸ਼ਕਲਾਂ ਜਿਹੜੀਆਂ ਅੱਗੇ ਵਧਣੀਆਂ ਆਈਆਂ ਘਟਣੀਆਂ ਨਹੀਂ ਹੈਗੀਆਂ, ਕਿਉਂਕਿ ਲੰਬੇ ਸਮੇਂ ਤੋਂ ਵੱਧਦੀਆਂ ਆ ਰਹੀਆਂ ਆ, ਇਸ ਤਰ੍ਹਾਂ ਦੇ ਹੋਰ ਅੰਦੋਲਨ ਜਿਹੜੇ ਹੋਇਆ ਕਰੂਗੇ ਹੁਣ ਇਸ ਤੋਂ ਬਾਅਦ ਜੇ ਆਪਾਂ ਦੇਖਿਆ ਜਾਵੇ? ਦੇਖੋ, ਜਿਹੜਾ ਖੇਤੀਬਾੜੀ ਦੇ ਸੰਬੰਧ ਦੇ ਵਿੱਚ ਜੇ ਆਪਾਂ ਦੇਖੀਏ ਤੇ ਇੰਡੀਆ ਜਿਹੜੀ ਗਵਰਨਮੈਂਟ ਹੈਗੀ ਆ, ਇਹਨਾਂ ਨੇ WTO ਦੇ ਵਿੱਚ 94-95 ਸਾਈਨ ਕੀਤੇ ਸੀਗੇ ਤੇ WTO ਵੱਲੋਂ, IMF ਵੱਲੋਂ ਜਾਂ ਵਰਲਡ ਬੈਂਕ ਵੱਲੋਂ ਸਾਰੀਆਂ ਜਿਹੜੀਆਂ ਵੱਡੀਆਂ ਸੰਸਥਾਵਾਂ ਹੈਗੀਆਂ ਵਿਸ਼ਵ ਪੱਧਰ ਦੀਆਂ, ਉਹਨਾਂ ਵੱਲੋਂ ਲਗਾਤਾਰ ਇਹਨਾਂ ਦੇ ਪ੍ਰੈਸ਼ਰ ਰਿਹਾ ਕਿ ਤੁਸੀਂ ਖੇਤੀਬਾੜੀ ਨੂੰ ਵੱਡੀ ਖੇਤੀਬਾੜੀ ਇੰਡਸਟਰੀਲਾਈਜੇਸ਼ਨ ਕਰੋ, ਇਹਦੀ ਵੱਡੇ ਕਿਸਾਨਾਂ ਲਈ ਲੈ ਕੇ ਆਓ। ਵੱਡੇ ਕਿਸਾਨਾਂ ਦਾ ਮਤਲਬ ਉਹਨਾਂ ਦਾ ਕਾਰਪੋਰੇਟ ਲੈ ਕੇ ਆਓ ਜਾਂ ਠੇਕੇ 'ਤੇ ਕਰਵਾਓ। ਅਤੇ ਉਹਦੇ ਲਈ ਉਹ ਪਿਛਲੇ ਕਿੰਨੇ ਸਮੇਂ ਤੋਂ ਟਰਾਈ ਕਰ ਰਹੇ ਆ। ਆਹ ਉਹਨਾਂ ਦੀ ਇੱਕ ਵੱਡੀ ਕੋਸ਼ਿਸ਼ ਸੀਗੀ ਜਿਹੜੀ ਰੋਕ ਦਿੱਤੀ ਗਈ ਹੈ। ਪਰ ਇੰਡੀਆ ਨੇ ਲੋਨ ਲੈਣੇ ਆ, ਇੰਡੀਆ ਵੀ ਪੂਰੇ ਇੱਕ ਵਰਲਡ ਸਿਸਟਮ ਦਾ ਹੀ ਇੱਕ ਹਿੱਸਾ ਆ, ਇੰਡੀਆ ਵੀ ਆਪਣੇ ਆਪ ਸੋਵਰਨ ਨਹੀਂ ਹੈਗਾ। ਸੋ ਇਸ ਕਰਕੇ ਲੜਾਈ ਤਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਦੁਬਾਰਾ ਅੱਗੇ ਆਏਗੀ। ਸੋ ਇਸ ਕਰਕੇ ਆਪਾਂ ਨੂੰ ਅਗਲੀ ਲੰਬੀ ਸਟਰਗਲ ਦੇ ਲਈ ਮਤਲਬ ਤਿਆਰ ਹੋਣਾ ਪੈਣਾ, ਅਤੇ ਉਹਦੇ ਲਈ ਆਪਾਂ ਨੂੰ ਨਿਸ਼ਚਿਤ ਰੂਪ ਦੇ ਵਿੱਚ ਨਵੇਂ ਤਰੀਕੇ, ਨਵੇਂ ਫਲਾਹ ਸੋਚਣੇ ਹੀ ਪੈਣੇ ਆ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਭਾਈ ਮਨਤੀਰ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਆ। ਸੋ ਦਿੱਲੀ ਆਏ ਹੋਏ ਆ, ਤੁਹਾਨੂੰ ਵੱਖੋ ਵੱਖਰੇ ਜਿੰਨੇ ਵੀ ਇੱਥੇ ਕੁਝ ਅਜਿਹੇ ਚਿਹਰੇ, ਕੁਝ ਸਿੱਖ ਜਥੇਬੰਦੀਆਂ ਨਾਲ ਸੰਬੰਧਿਤ ਜਾਂ ਹੋਰ ਲੀਡਰਾਂ ਨਾਲ ਤੁਹਾਨੂੰ ਲਗਾਤਾਰ ਆਪਾਂ ਮਿਲਵਾ ਰਹੇ ਹਾਂ, ਕਿਸ ਤਰ੍ਹਾਂ ਦਾ ਜਿਹੜਾ ਤਜਰਬਾ ਰਿਹਾ ਤੇ ਆਉਣ ਵਾਲੇ ਸਮੇਂ ਵਿੱਚ ਕੀ ਹੋਣਾ ਚਾਹੀਦਾ ਆ। ਤੁਹਾਨੂੰ ਦੱਸ ਦੇਣਾ ਚਾਹੁੰਦੇ ਕਿ ਭਾਈ ਮਨਤੀਰ ਸਿੰਘ ਜੀ ਹੁਣੀ ਲਗਾਤਾਰ ਜਿਹੜਾ ਇੱਕ ਖੇਤੀਬਾੜੀ ਅਤੇ ਵਾਤਾਵਰਨ ਸੈਂਟਰ ਜਿਹੜਾ ਚਲਾ ਰਹੇ ਆ, ਜਿਨ੍ਹਾਂ ਖੇਤੀ ਨਾਲ ਸੰਬੰਧਿਤ ਅਤੇ ਵਾਤਾਵਰਨ ਨਾਲ ਸੰਬੰਧਿਤ ਜਿਹੜੀਆਂ ਆਉਣ ਵਾਲੀਆਂ ਸਮੱਸਿਆਵਾਂ ਆ, ਉਹਨਾਂ ਨੂੰ ਕਿਸ ਤਰ੍ਹਾਂ ਉਹਨਾਂ ਨੂੰ ਨਜਿੱਠਿਆ ਜਾ ਸਕਦਾ, ਜਾਂ ਜਿਹੜੀਆਂ ਮੁਸ਼ਕਲਾਂ ਚੱਲ ਰਹੀਆਂ ਉਹਨਾਂ 'ਚੋਂ ਕਿਵੇਂ ਜਿਹੜਾ ਨਿਕਲਿਆ ਜਾ ਸਕਦਾ, ਲੰਬੇ ਸਮੇਂ ਤੋਂ ਜਿਹੜਾ ਇਹ ਸੈਂਟਰ ਜਿਹੜਾ ਆ ਚਲਾ ਰਹੇ ਆ। ਸੋ ਬਾਕੀ ਅੰਦੋਲਨ ਦੀ ਜੇ ਆਪਾਂ ਗੱਲ ਕਰ ਲਈਏ ਤੇ ਅੰਦੋਲਨ ਬਾਰੇ ਇਹਨਾਂ ਦੇ ਖਿਆਲਾਤ ਇਹੀ ਹੈ ਕਿ ਅੰਦੋਲਨ ਦਾ ਜਿਹੜਾ ਇੱਕ ਜੋ ਇੱਥੇ ਅੰਦੋਲਨ ਦੀ ਛਾਪ ਆ ਉਹ ਛੱਡ ਕੇ ਜਾਣੀ ਚਾਹੀਦੀ। ਅੰਦੋਲਨ ਦੇ ਕੁਝ ਨੁਮਾਇੰਦੇ, ਕੁਝ ਜਿਹੜੇ ਕੁਝ ਵਰਕਰ ਆਪਾਂ ਕਹਿ ਦਈਏ 500-700 ਦਾ ਜਥਾ ਜਿਹੜਾ ਇੱਥੇ ਰਹਿਣਾ ਚਾਹੀਦਾ, ਤਾਂ ਕਿ ਸਰਕਾਰ ਨੂੰ ਪਤਾ ਲੱਗੇ ਕਿ ਅੰਦੋਲਨ ਹਜੇ ਜਾਰੀ ਹੈ। ਕਿਉਂਕਿ ਜਿਹੜੀ MSP ਦੀ ਵੀ ਆਪਾਂ ਗੱਲ ਕਰ ਲਈਏ ਜਾਂ ਹੋਰ ਜਿਹੜੀਆਂ ਮੰਗਾਂ ਆ, ਉਹ ਇੱਕਦਮ ਸਰਕਾਰ ਨਹੀਂ ਮੰਨ ਸਕਦੀ। ਚਲੋ ਕਾਨੂੰਨ ਇੱਕਦਮ ਸਰਕਾਰ ਨੂੰ ਵਾਪਸ ਲੈਣੇ ਪੈ ਗਏ ਜਾਂ ਕਿਸ ਤਰ੍ਹਾਂ ਦੇ ਹਾਲਾਤ ਬਣੇ, ਚਾਹੇ ਉਹ ਆਪਾਂ ਚੋਣਾਂ ਨਾਲ ਸੰਬੰਧਿਤ ਕਰ ਲਈਏ, ਚਾਹੇ ਇੰਟਰਨੈਸ਼ਨਲ ਮੁੱਦੇ ਆਪਾਂ ਗੱਲ ਕਰ ਲਈਏ, ਕੁਝ ਇਸ ਤਰ੍ਹਾਂ ਦੇ ਹਾਲਾਤ ਬਣੇ ਕਿ ਉਹਨਾਂ ਨੂੰ ਜਿਹੜੇ ਇੱਕਦਮ ਕਾਨੂੰਨ ਵਾਪਸ ਲੈਣੇ ਪਏ। ਪਰ ਜਿਹੜੀ ਲੰਬੀ ਲੜਾਈ MSP ਦੀ ਆ ਜਾਂ ਫਿਰ ਜਿਹੜੇ ਹੋਰ ਮੁਆਵਜ਼ੇ ਦੀ ਆਪਾਂ ਗੱਲ ਕਰ ਲਈਏ, ਉਹਨਾਂ ਲਈ ਜਿਹੜਾ ਆ ਇੱਥੇ ਲਗਾਤਾਰ ਜਿਹੜਾ ਆ ਬੈਠਣਾ ਚਾਹੀਦਾ, ਲੰਬਾ ਜਿਹੜਾ ਧਰਨਾ ਹੈ ਇਸ ਨੂੰ ਜਾਰੀ ਰੱਖਣਾ ਚਾਹੀਦਾ। ਸੋ ਕੈਮਰਾਮੈਨ ਦੀਪਕ ਦੇ ਨਾਲ ਅਮਨਦੀਪ ਸਿੰਘ ਗੜੀ, ਸਿੰਘੂ ਬਾਰਡਰ, ਦਿੱਲੀ।